ਵਾਈਫ ਦੀ ਏਜ 30 ਦੇ ਆਲੇ ਦੁਆਲੇ ਹੈਗੀ ਐਂਡ ਦੇ ਆਰ ਨਾਟ ਪਲੈਨਿੰਗ ਅ ਪ੍ਰੈਗਨੈਂਸੀ ਫॉर ਅਗਲੇ 5 ਸਾਲਾਂ ਤੱਕ ਵੀ ਤੇ ਉਹਨਾਂ ਨੂੰ ਜ਼ਰੂਰ ਇੱਕ ਵਾਰ ਸਲਾਹ ਲੈ ਕੇ ਆਪਣੇ ਚੈੱਕਅਪਸ ਕਰਾ ਲੈਣੇ ਚਾਹੀਦੇ। ਇਹ ਸੋਚਣਾ ਕਿ ਅਸੀਂ ਤੇ ਹਜੀ 25-30 ਸਾਲ ਦੇ ਹੀ ਹੈਗੇ, ਸਾਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਹੈਗੀ, ਅਸੀਂ ਹੋਰ ਵੇਟ ਕਰ ਲਈਏ, ਇਹ ਕਰਕੇ ਤੁਸੀਂ ਆਪਣੀ ਮੁਸ਼ਕਿਲਾਂ ਵਧਾਉਂਦੇ ਹੋ। ਜੇ ਅਨਮੈਰਿਡ ਕੁੜੀ ਹੈਗੀ ਤਾਂ ਉਹ ਆਪਣੇ ਅੰਡੇ ਫਰੀਜ਼ ਕਰਾ ਕੇ ਰੱਖ ਸਕਦੀ ਹੈਗੀ, ਜੇ ਮੈਰਿਡ ਕਪਲ ਹੈਗਾ ਤਾਂ ਆਪਣੇ ਐਮਬ੍ਰੀਓਜ਼ ਫਰੀਜ਼ ਕਰਾ ਕੇ ਰੱਖ ਸਕਦਾ ਹੈਗਾ ਕਿ ਯੰਗ ਕਪਲਸ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਨਹੀਂ ਹੋ ਸਕਦੀ। ਜਿੱਦਾਂ ਜਿੱਦਾਂ ਤੁਸੀਂ ਦੇਖਦੇ ਹੋ ਕਿ 1-1.5 ਸਾਲ ਤੋਂ ਕੋਸ਼ਿਸ਼ ਕਰਦੇ ਹੋਏ ਵੀ ਫਿਰ ਵੀ ਗੱਲ ਨਹੀਂ ਬਣ ਰਹੀ ਹੈ ਤੇ ਕੋਈ ਪ੍ਰੋਬਲਮ ਤੇ ਹੈਗੀ ਜੋ ਐਡਰੈਸ ਕਰਨੀ ਜ਼ਰੂਰੀ ਹੈਗੀ। ਪਰ ਹਰ ਪੇਸ਼ੈਂਟ ਲਈ ਫਾਈਨ ਟਿਊਨਿੰਗ ਦੀ ਜ਼ਰੂਰਤ ਹੁੰਦੀ ਹੈ, ਹਰ ਕਿਸੇ ਦੀ ਇੱਕੋ ਜਿਹੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ। ਸਭ ਨੂੰ ਲੱਗਦਾ ਹੈ ਕਿ IVF ਦੇ ਨਾਲ ਜੇ ਸੰਤਾਨ ਅਸੀਂ ਕਰ ਸਕਦੇ ਹਾਂ, ਰੱਬ ਦੀ ਰਜ਼ਾ ਦੇ ਅਗੇਂਸਟ ਜਾ ਕੇ ਚੀਜ਼ਾਂ ਕਰ ਸਕਦੇ ਹਾਂ ਤੇ ਕੀ ਮਨਚਾਹਾ ਬੱਚਾ ਵੀ ਕਰ ਸਕਦੇ ਹਾਂ। ਜੀ ਇਸ ਚੀਜ਼ ਦੇ ਬਾਰੇ ਮੈਂ ਬਹੁਤ ਕਲੀਅਰਲੀ ਦੱਸਣਾ ਚਾਹਾਂਗੀ ਕਿ ਇਹ ਚੀਜ਼ ਪੋਸੀਬਲ ਨਹੀਂ ਹੁੰਦੀ ਹੈਗੀ। ਆਮ ਤੌਰ ਤੇ ਇੱਕ ਮਰੀਜ਼ 10 ਤੋਂ 12 ਦਿਨ ਦੇ ਡੇਲੀ ਦੇ ਇੰਜੈਕਸ਼ਨਸ ਤੋਂ ਬਾਅਦ ਰੈਡੀ ਹੋ ਜਾਂਦਾ ਹੈ, ਅੰਡੇਦਾਨੀਆਂ ਵਿੱਚ ਅੰਡੇ ਰੈਡੀ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਬਾਹਰ ਕੱਢ ਸਕੀਏ। ਆਸ਼ਾ ਕਿਰਨ IVF ਤੋਂ ਇਨਫਰਟੀਲਿਟੀ ਸਪੈਸ਼ਲਿਸਟ ਡਾਕਟਰ ਅਸਮਿਤਾ ਮਾਲਾ ਜੀ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ, ਜਿੱਥੇ ਜਦੋਂ ਆਪਾਂ ਗੱਲ IVF ਟ੍ਰੀਟਮੈਂਟ ਦੀ ਕਰਦੇ ਹਾਂ, ਇਨਫਰਟੀਲਿਟੀ ਦੀ ਗੱਲ ਕਰਦੇ ਹਾਂ, ਸਵਾਲ ਹਰੇਕ ਦੇ ਮਨ ਵਿੱਚ ਬਹੁਤ ਸਾਰੇ ਹੁੰਦੇ ਨੇ। ਹਰ ਕੋਈ ਜਾਣਨਾ ਚਾਹੁੰਦਾ ਇਸ ਪ੍ਰੋਸੈਸ ਬਾਰੇ, ਖਾਸ ਤੌਰ 'ਤੇ ਜਿਹੜੇ ਨਿਸੰਤਾਨ ਜੋੜੇ ਨੇ। ਪਰ ਕਈ ਸਵਾਲ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਆਉਂਦੇ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਵੀ ਲੱਗਦਾ ਕਿ ਵੀ ਇਹ ਕਿਸ ਤਰ੍ਹਾਂ ਦਾ ਸਵਾਲ ਹੈ। ਸੋ ਸਵਾਲ ਇੱਕ ਮੈਂ ਸ਼ੁਰੂਆਤ ਵਿੱਚ ਲੈਣਾ ਚਾਹੂੰਗੀ ਕਿ ਕਿਸੇ ਦਾ ਸਵਾਲ ਆਇਆ ਕਿ ਜੇਕਰ IVF ਦੇ ਨਾਲ ਨਿਸੰਤਾਨ ਜੋੜੇ ਨੂੰ ਬੱਚਾ ਮਿਲ ਸਕਦਾ ਹੈ ਤਾਂ ਕੀ IVF ਦੇ ਨਾਲ ਮੁੰਡਾ ਹੋਣ ਦੇ ਚਾਂਸਿਸ ਵੀ ਹੋ ਸਕਦੇ ਨੇ? ਕਿਉਂਕਿ ਜ਼ਿਆਦਾਤਰ ਲੋਕਾਂ ਦੇ ਮਨ 'ਚ ਇਹ ਵੀ ਹੈ ਸ਼ਾਇਦ ਕਿ IVF ਟ੍ਰੀਟਮੈਂਟ ਹੈ ਤਾਂ ਸ਼ਾਇਦ ਵੀ ਆਪਣੀ ਪਸੰਦ ਦੇ ਨਾਲ ਅਸੀਂ ਬੱਚਾ ਜੋ ਹੈ ਮੁੰਡਾ ਚਾਹੀਦਾ ਤਾਂ ਮੁੰਡਾ ਵੀ ਲੈ ਸਕਦੇ। ਕੀ ਇਹੋ ਜਿਹੀ ਪੋਸੀਬਿਲਿਟੀਜ਼ ਵੀ ਨੇ? ਹਰਜੋਤ ਜੀ, ਇਹ ਸਵਾਲ ਅਸੀਂ ਆਮ ਤੌਰ ਤੇ ਜ਼ਿਆਦਾ ਨਹੀਂ ਤੇ ਹਰ ਦੂਸਰੇ ਤੀਸਰੇ ਦਿਨ ਫੇਸ ਕਰਦੇ ਹਾਂ ਜੀ। ਸਭ ਨੂੰ ਲੱਗਦਾ ਹੈ ਕਿ IVF ਦੇ ਨਾਲ ਜੇ ਸੰਤਾਨ ਅਸੀਂ ਕਰ ਸਕਦੇ ਹਾਂ, ਰੱਬ ਦੀ ਰਜ਼ਾ ਦੇ ਅਗੇਂਸਟ ਜਾ ਕੇ ਚੀਜ਼ਾਂ ਕਰ ਸਕਦੇ ਹਾਂ ਤੇ ਕੀ ਮਨਚਾਹਾ ਬੱਚਾ ਵੀ ਕਰ ਸਕਦੇ ਹਾਂ। ਜੀ ਇਸ ਚੀਜ਼ ਦੇ ਬਾਰੇ ਮੈਂ ਬਹੁਤ ਕਲੀਅਰਲੀ ਦੱਸਣਾ ਚਾਹਾਂਗੀ ਕਿ ਇਹ ਚੀਜ਼ ਪੋਸੀਬਲ ਨਹੀਂ ਹੁੰਦੀ ਹੈਗੀ। ਜੀ ਜੋ ਤਕਨੀਕਾਂ ਜਿਸ ਤਰੀਕੇ ਨਾਲ ਅਸੀਂ ਬੱਚਾ ਕਰਦੇ ਹਾਂ ਉਹਦੇ ਵਿੱਚ ਬੱਚੇ ਦੀ ਕੋਸ਼ਿਸ਼ ਹੁੰਦੀ ਹੈ, ਉਹਦੇ ਵਿੱਚ ਮੁੰਡਾ ਤੇ ਕੁੜੀ ਦਾ ਚਯਨ ਉਸ ਤਕਨੀਕ ਨਾਲ ਨਹੀਂ ਹੋ ਸਕਦਾ ਹੈਗਾ। ਕਿਹੜੇ ਪੜਾਅ ਤੇ ਆ ਕੇ ਸਟੈਪ ਬਾਈ ਸਟੈਪ ਅਗਰ ਅਸੀਂ ਗੱਲ ਕਰੀਏ, ਕਿਸ ਤਰ੍ਹਾਂ ਦੀ ਟੈਕਨੋਲੋਜੀ ਹੈ, ਕਿੰਨਾ ਟਾਈਮ ਇਹ ਲੈਂਦੀ ਹੈ, ਔਰ ਜੇ ਪੇਸ਼ੈਂਟ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਨਾਲ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਇਸ ਪ੍ਰੋਸੈਸ ਦੇ ਵਿੱਚ ਚੱਲਣਾ ਚਾਹੀਦਾ ਹੈ? IVF या टेस्ट ट्यूब बेबी आज दे दिन कोई बहुत ज़्यादा गूढ़ी टेक्निक नहीं बची हैगी जी। ये बहुत ही सिंपलीफाइड फॉर्म में आ गई हैगी, दवाइयाँ बहुत रिफाइन हो गई हैगी, मशीनरी बहुत हाई एंड आ गई हैगी जी। ਜਿਹਦੇ ਕਰਕੇ ਰਿਜ਼ਲਟਸ ਜਦੋਂ ਅਸੀਂ IVF ਪ੍ਰੈਕਟਿਸ ਸ਼ੁਰੂ ਕੀਤੀ ਸੀ 2009 ਵਿੱਚ ਤੇ ਰਿਜ਼ਲਟਸ ਮਸਾ 20 ਤੋਂ 30% ਤੱਕ ਆਉਂਦੇ ਸੀ। ਇਨਫੈਕਸ਼ਨ ਹੋ ਜਾਂਦਾ ਸੀ, ਕਦੀ ਕੋਈ ਪ੍ਰੋਬਲਮ ਹੋ ਜਾਂਦੀ ਸੀ, ਕਦੀ ਰਿਸਪੌਂਸ ਹੀ ਨਹੀਂ ਆਉਂਦਾ ਸੀ, ਜਾਂ ਐਮਬ੍ਰੀਓਜ਼ ਦੀ ਟੈਕਨੋਲੋਜੀ ਇੰਨੀ ਸੋਹਣੀ ਨਹੀਂ ਹੁੰਦੀ ਸੀ ਕਿ ਕਲਚਰ ਟੈਕਨੀਕ ਦੇ ਵਿੱਚ ਫੇਲੀਅਰ ਹੋ ਜਾਂਦੇ ਸੀ। ਉਹ ਚੀਜ਼ਾਂ ਵਿਦ ਟਾਈਮ ਇੰਪਰੂਵ ਹੋ ਕੇ ਅੱਜ ਅਸੀਂ ਇਸ ਪੜਾਵ ਤੇ ਆ ਗਏ ਹਾਂ ਕਿ ਹਮ ਪੇਸ਼ੈਂਟ ਨੂੰ ਆ ਪ੍ਰੋਮਿਸ ਕਰ ਸਕਦੇ ਹਾਂ ਕਿ ਹਾਂਜੀ ਤੁਹਾਡੇ ਕੇਸ ਵਿੱਚ ਇੰਨਾ ਕੁ ਰਿਜ਼ਲਟ ਆਉਣ ਦੀ ਉਮੀਦ ਹੈਗੀ ਜੀ। ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਹਾਂਜੀ ਇੱਕ ਵਾਰ ਵਿੱਚ ਪਿਕਅਪ ਕਰਕੇ ਅਸੀਂ ਫਰੀਜ਼ਿੰਗ ਟੈਕਨੀਕ ਨਾਲ ਤੁਹਾਡੇ ਐਮਬ੍ਰੀਓਜ਼ ਫਰੀਜ਼ ਕਰਕੇ ਰੱਖ ਸਕਦੇ ਹਾਂ। ਜੇ ਪਹਿਲਾ ਸਾਈਕਲ ਫੇਲ ਹੋ ਗਿਆ ਤੇ ਸਾਨੂੰ ਆ ਪੂਰਾ IVF ਦਾ ਪ੍ਰੋਸੈਸ ਦੁਬਾਰਾ ਨਹੀਂ ਕਰਨਾ ਪਵੇਗਾ। ਉਹ ਫਰੋਜ਼ਨ ਐਮਬ੍ਰੀਓ ਦੇ ਨਾਲ ਅਸੀਂ ਅਗਲੇ ਐਮਬ੍ਰੀਓ ਟ੍ਰਾਂਸਫਰ ਦਾ ਚਾਂਸ ਲੈ ਸਕਦੇ ਹਾਂ। ਓਕੇ, ਤੇ ਸਟੈਪ ਬਾਈ ਸਟੈਪ ਜੇ ਅਸੀਂ IVF ਸਾਈਕਲ ਨੂੰ ਡਿਸਕਸ ਕਰੀਏ ਤੇ देयर आर 4 ਮੇਜਰ ਸਟੈਪਸ ਹੀਅਰ। ਪਹਿਲਾ ਪੇਸ਼ੈਂਟ ਦਾ ਅਸੀਂ ਵਰਕਅਪ ਕਰਨਾ ਜ਼ਰੂਰੀ ਹੈ ਕਿ IVF ਸਾਈਕਲ ਕਹਿਣ ਨੂੰ ਟੈਸਟ ਟਿਊਬ ਬੇਬੀ ਹੈ ਪਰ ਹਰ ਪੇਸ਼ੈਂਟ ਲਈ ਫਾਈਨ ਟਿਊਨਿੰਗ ਦੀ ਜ਼ਰੂਰਤ ਹੁੰਦੀ ਹੈ, ਹਰ ਕਿਸੇ ਦੀ ਇੱਕੋ ਜਿਹੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ। ਕਿਸ ਡੋਜ਼ ਤੇ ਸ਼ੁਰੂ ਕਰਨਾ ਹੈ, ਕਿੰਨੇ ਦਿਨ ਲੱਗਣਗੇ, ਕਿਸ ਤਰੀਕੇ ਨਾਲ ਮੋਡੀਫਾਈ ਕਰਨਾ ਹੈ, ਕੌਣ ਸੀ ਪ੍ਰੋਟੋਕੋਲ ਯੂਜ਼ ਕਰਨੀ ਹੈ, ਉਹ ਸਾਰਾ ਡਿਸੀਜਨ ਲੈ ਕੇ ਫਿਰ ਅਸੀਂ ਇੰਜੈਕਸ਼ਨਸ ਤੇ ਅੰਡੇ ਬਣਾਉਣ ਵਾਲਾ ਪ੍ਰੋਸੈਸ ਸ਼ੁਰੂ ਕਰਦੇ ਹਾਂ। ਉਹ ਪ੍ਰੋਸੈਸ ਆਮ ਤੌਰ ਤੇ ਪੀਰੀਅਡ ਦੇ ਦੂਜੇ ਜਾਂ ਤੀਜੇ ਦਿਨ ਤੋਂ ਸ਼ੁਰੂ ਕੀਤਾ ਜਾਂਦਾ ਹੈ। ਆਮ ਤੌਰ ਤੇ ਇੱਕ ਮਰੀਜ਼ 10 ਤੋਂ 12 ਦਿਨ ਦੇ ਡੇਲੀ ਦੇ ਇੰਜੈਕਸ਼ਨਸ ਤੋਂ ਬਾਅਦ ਰੈਡੀ ਹੋ ਜਾਂਦਾ ਹੈ, ਅੰਡੇਦਾਨੀਆਂ ਵਿੱਚ ਅੰਡੇ ਰੈਡੀ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਬਾਹਰ ਕੱਢ ਸਕੀਏ ਜੀ। ਜੋ ਬਾਹਰ ਕੱਢਣ ਵਾਲਾ ਪ੍ਰੋਸੈਸ ਹੈ ਉਹਨੂੰ ਅਸੀਂ ਐਗ ਪਿਕਅਪ ਜਾਂ ਓਸਾਈਟ ਰਿਟਰੀਵਲ ਪ੍ਰੋਸੀਜਰ ਕਹਿੰਦੇ ਆ।
ਉਹ ਇੱਕ ਸਿੰਪਲ ਪ੍ਰੋਸੀਜਰ ਹੁੰਦਾ ਹੈ ਜੋ ਅਲਟਰਾਸਾਊਂਡ ਗਾਈਡਡ ਕਰਦੇ ਆ, ਉਹਦੇ ਕੋਈ ਚੀਰ ਫਾੜ ਵਾਲੀ ਚੀਜ਼ ਨਹੀਂ ਹੁੰਦੀ ਹੈ, ਇੱਕ ਸੂਈ ਚੁਬਣੀ ਹੁੰਦੀ ਹੈ, ਪੇਸ਼ੈਂਟ ਕੰਫਰਟੇਬਲ ਰਹੇ ਤਾਂ ਕਰਕੇ ਉਹਨੂੰ ਥੋੜੀ ਜਿਹੀ ਬੇਹੋਸ਼ੀ ਦਿੱਤੀ ਜਾਂਦੀ ਹੈ ਤੇ ਉਹ ਅੰਡੇ ਇੱਕ ਸੂਈ ਦੇ ਮਾਧਿਅਮ ਤੋਂ ਸਕਸ਼ਨ ਪੰਪ ਦੇ ਨਾਲ ਅਸੀਂ ਕੱਢ ਕੇ ਤੇ ਲੈਬ ਦੇ ਅੰਦਰ ਉਹਨਾਂ ਨੂੰ ਐਨਾਲਾਈਜ਼ ਕਰਦੇ ਆ ਕਿ ਕਿੰਨੇ ਅੰਡੇ ਹੈ, ਕਿੰਨੀ ਮੈਚਿਓਰਿਟੀ ਦੇ ਹੈਗੇ ਤੇ ਉਹਨੂੰ ਕਿਸ ਢੰਗ ਨਾਲ ਫਰਟੀਲਾਈਜ਼ ਕੀਤਾ ਜਾਏ। ਉਸ ਸਟੇਜ ਤੇ ਜਾ ਕੇ ਹਸਬੈਂਡ ਦੇ ਸ਼ੁਕਰਾਣੂਆਂ ਨਾਲ ਉਨ ਅੰਡਿਆਂ ਨੂੰ ਮਿਲਾਉਣ ਦੀ ਗੱਲ ਕੀਤੀ ਜਾਂਦੀ ਹੈ, ਜਿਸ ਪ੍ਰੋਸੈਸ ਨੂੰ ਅਸੀਂ ਫਰਟੀਲਾਈਜ਼ੇਸ਼ਨ ਕਹਿੰਦੇ ਆ ਜੀ। ਫਰਟੀਲਾਈਜ਼ੇਸ਼ਨ ਲਈ ਹੁਣ ਅਸੀਂ ਡਿਸਾਈਡ ਕਰਨਾ ਹੁੰਦਾ ਹੈ ਕਿ ਇਹ IVF ਤੋਂ ਕਰਨਾ ਪੈਣਾ ਹੈ ਕਿ ਇੱਕ ਸਟੈਪ ਹੋਰ ਅੱਗੇ ਜਾ ਕੇ ਇਕਸੀ ਵਿਧੀ ਦਾ ਇਸਤੇਮਾਲ ਕਰਨਾ ਪੈਣਾ ਹੈ। ਜੇ ਸ਼ੁਕਰਾਣੂ ਘੱਟ ਹੈਗੇ, ਕਮਜ਼ੋਰ ਹੈਗੇ ਜਾਂ ਅੰਡੇ ਬਹੁਤ ਮੋਟੀ ਪਰਤ ਵਾਲੇ ਹੈਗੇ ਜਾਂ ਇਸ ਤੋਂ ਪਹਿਲਾਂ ਕੋਈ ਹਿਸਟਰੀ ਇਦਾਂ ਦੀ ਹੈਗੀ ਜਿਹਦੇ ਵਿੱਚੋਂ ਫਰਟੀਲਾਈਜ਼ੇਸ਼ਨ ਫੇਲਿਅਰ ਦੀ ਹਿਸਟਰੀ ਰਹੀ ਹੈ ਤੇ ਉਸ ਕੇਸ ਵਿੱਚ ਅਸੀਂ ਇਕਸੀ ਵਿਧੀ ਦੇ ਨਾਲ ਇੱਕ ਸ਼ੁਕਰਾਣੂ ਚੱਕ ਕੇ ਸੂਈ ਨਾਲ ਅੰਡੇ ਦੇ ਅੰਦਰ ਮਿਲਾ ਕੇ ਛੱਡ ਕੇ ਆਉਂਦੇ ਆ, ਫਿਰ ਫਰਟੀਲਾਈਜ਼ੇਸ਼ਨ ਦਾ ਇੰਤਜ਼ਾਰ ਕਰਦੇ ਆ। ਇੱਕ ਵਾਰ ਫਰਟੀਲਾਈਜ਼ੇਸ਼ਨ ਕਨਫਰਮ ਹੋ ਜਾਂਦੀ ਹੈ ਕੁਝ ਘੰਟਿਆਂ ਬਾਅਦ, ਫਿਰ ਉਹ ਡਿਸ਼ਜ਼ ਨੂੰ ਅਸੀਂ ਇਨਕਿਊਬੇਟਰ ਵਿੱਚ ਰੱਖ ਦਿੰਦੇ ਆ ਤੇ ਅਗਲੇ 72 ਤੋਂ 96 ਘੰਟੇ ਤੱਕ ਉਸ ਨੂੰ ਗਰੋ ਹੋਣ ਦਿੰਦੇ ਆ। ਉਹ ਭਰੂਣ ਜੋ ਬਣਦਾ ਹੈਗਾ ਉਹ ਭਰੂਣ ਇਸ ਪੋਟੈਂਸ਼ੀਅਲ ਦਾ ਹੁੰਦਾ ਹੈ ਕਿ ਅਸੀਂ ਉਹਨੂੰ ਬੱਚੇਦਾਨੀ 'ਚ ਰੱਖੀਏ ਤੇ ਉਹ ਬੱਚਾ ਬਣ ਕੇ ਬੱਚੇਦਾਨੀ 'ਚ ਗਰੋ ਕਰ ਸਕਦਾ ਹੈਗਾ ਜੀ। ਉਸ ਪ੍ਰੋਸੈਸ ਨੂੰ ਅਸੀਂ ਐਮਬ੍ਰੀਓ ਟ੍ਰਾਂਸਫਰ ਦਾ ਨਾਂ ਦਿੰਦੇ ਆ। ਐਮਬ੍ਰੀਓ ਟ੍ਰਾਂਸਫਰ ਕਰਨ ਤੋਂ ਬਾਅਦ ਐਂਟੀਸਿਪੇਟਿੰਗ ਅ ਪ੍ਰੈਗਨੈਂਸੀ ਅਸੀਂ 15 ਦਿਨ ਦੀ ਦਵਾਈਆਂ ਦਿੰਦੇ ਆ। ਉਹ ਦਵਾਈਆਂ ਦੇ ਬਾਅਦ ਫਿਰ ਅਸੀਂ ਬੀਟਾ HCG ਜਾਂ ਪ੍ਰੈਗਨੈਂਸੀ ਟੈਸਟ ਕਰਕੇ ਦੇਖਦੇ ਆ ਕਿ ਪ੍ਰੈਗਨੈਂਸੀ ਠਹਿਰੀ ਹੈ ਜਾਂ ਨਹੀਂ ਠਹਿਰੀ ਹੈ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗੀ ਉਹਨਾਂ ਕਪਲਸ ਦਾ ਵੀ ਜੋ ਕਿ ਹਾਲਾਂਕਿ ਯੰਗ ਏਜ ਵਿੱਚ ਨੇ, ਹਾਲੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਲੇਕਿਨ ਉਹ ਆਪਣੇ ਕੰਮ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਲਾਈਫ ਵਿੱਚ ਸੈਟਲ ਕਰਨ ਨੂੰ ਲੈ ਕੇ ਇੰਨੇ ਬਿਜ਼ੀ ਹੁੰਦੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਕੁਝ ਸਾਲ ਦੀ ਵੇਟ ਕਰੀਏ, ਪਰ ਕਈ ਵਾਰੀ ਕੀ ਹੁੰਦਾ ਕੁਝ ਸਾਲਾਂ ਦੀ ਵੇਟ ਕਰਦੇ ਕਰਦੇ ਹੀ ਇਨਫਰਟੀਲਿਟੀ ਦਾ ਸ਼ਿਕਾਰ ਹੋ ਜਾਂਦੇ ਨੇ। ਸੋ ਉਹਨਾਂ ਕਪਲਸ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਅੱਜ ਟਾਈਮ ਲਈ ਜਦ ਉਹ ਹੈਲਦੀ ਨੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਦਿੱਕਤ ਨਾ ਆਵੇ? ਅੱਜ ਦੇ ਲਾਈਫ ਸਟਾਈਲ ਨੂੰ ਦੇਖਦੇ ਹੋਏ ਬਹੁਤ ਇੰਪੋਰਟੈਂਟ ਸਵਾਲ ਹੈਗਾ ਤੇ ਇੱਕ ਐਸਪੈਕਟ ਹੈਗਾ ਜਿਹਨੂੰ ਅਸੀਂ ਡਿਸਕਸ ਕਰਨਗੇ, ਜਾਗਰੂਕਤਾ ਵਧਾਉਣਗੇ ਤੇ ਹੋ ਸਕਦਾ ਹੈ ਕਿ ਕੱਲ ਨੂੰ ਕਈ ਕਪਲਸ ਇਸ ਚੀਜ਼ ਤੋਂ ਬਚ ਜਾਣਗੇ ਜੀ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਆਪਣਾ ਕਰੀਅਰ ਸੈੱਟ ਕਰਦੇ ਕਰਦੇ ਕਈ ਕਪਲਸ ਪ੍ਰੈਗਨੈਂਸੀ ਨੂੰ ਡਿਲੇ ਕਰ ਲੈਂਦੇ ਨੇ ਜੀ ਜੀ। ਜਿੱਦਾਂ ਅਸੀਂ ਦੇਖਣਾ ਹੈ, ਸਭ ਤੋਂ ਜ਼ਰੂਰੀ ਹੈਗਾ ਕਿ ਏਜ ਫੈਕਟਰ ਕੀ ਹੈਗਾ ਉਸ ਕਪਲ ਦਾ ਜੀ। ਜੇ ਵਾਈਫ ਦੀ ਏਜ 30 ਦੇ ਆਲੇ ਦੁਆਲੇ ਹੈਗੀ ਐਂਡ ਦੇ ਆਰ ਨਾਟ ਪਲੈਨਿੰਗ ਅ ਪ੍ਰੈਗਨੈਂਸੀ ਫॉर ਅਗਲੇ 5 ਸਾਲਾਂ ਤੱਕ ਵੀ, ਤੇ ਉਹਨਾਂ ਨੂੰ ਜ਼ਰੂਰ ਇੱਕ ਵਾਰ ਸਲਾਹ ਲੈ ਕੇ ਆਪਣੇ ਚੈੱਕਅਪਸ ਕਰਾ ਲੈਣੇ ਚਾਹੀਦੇ। ਤੇ ਅਗਰ ਉਹਨਾਂ ਨੂੰ ਫਿਜ਼ੀਬਿਲਿਟੀ ਲੱਗਦੀ ਹੈ ਤੇ ਇੱਕ ਪ੍ਰੋਸੀਜਰ ਹੁੰਦਾ ਹੈ ਜਿਹਨੂੰ ਅਸੀਂ ਕ੍ਰਾਇਓ ਪ੍ਰੈਜ਼ਰਵੇਸ਼ਨ ਪ੍ਰੋਗਰਾਮ ਕਹਿੰਦੇ ਆ, ਜਿਹਦੇ ਅੰਦਰ ਜੇ ਅਨਮੈਰਿਡ ਕੁੜੀ ਹੈਗੀ ਤਾਂ ਉਹ ਆਪਣੇ ਅੰਡੇ ਫਰੀਜ਼ ਕਰਾ ਕੇ ਰੱਖ ਸਕਦੀ ਹੈਗੀ, ਜੇ ਮੈਰਿਡ ਕਪਲ ਹੈਗਾ ਤਾਂ ਆਪਣੇ ਐਮਬ੍ਰੀਓਜ਼ ਫਰੀਜ਼ ਕਰਾ ਕੇ ਰੱਖ ਸਕਦਾ ਹੈਗਾ। ਤੇ ਜੇ ਉਹਨਾਂ ਨੇ 32 ਸਾਲ ਦੀ ਉਮਰ ਤੇ ਇਹ ਕੰਮ ਕੀਤਾ ਹੈ ਤੇ ਉਹ ਜਾ ਕੇ 36 ਸਾਲ ਤੇ ਪ੍ਰੈਗਨੈਂਸੀ ਦੀ ਕੋਸ਼ਿਸ਼ ਸ਼ੁਰੂ ਕਰਦੇ ਆ ਤੇ ਉਹ ਭਰੂਣ ਜਾਂ ਅੰਡਾ ਉਹ 32 ਸਾਲ ਦੀ ਉਮਰ ਵਾਲੇ ਵਾਂਗੂ ਬਿਹੇਵ ਕਰੇਗਾ। ਸੋ ਦੈਟ ਏਜਿੰਗ ਪ੍ਰੋਸੈਸ ਤੋਂ ਬਚ ਜਾਂਦਾ ਹੈ ਤੇ ਉਸ ਚੀਜ਼ ਨਾਲ ਬਹੁਤ ਫਾਇਦਾ ਹੁੰਦਾ ਹੈ, ਸਪੈਸ਼ਲੀ ਵੈਨ ਯੂ ਆਰ ਪਲੈਨਿੰਗ ਅ ਪ੍ਰੈਗਨੈਂਸੀ 35 ਐਂਡ ਅਬਵ। ਇਸੀ ਤਰੀਕੇ ਨਾਲ ਇਸੀ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਨੈਸ਼ਨਲ ਪਲੇਟਫਾਰਮ ਤੇ ਇਸ ਚੀਜ਼ ਨੂੰ ਪ੍ਰਮੋਟ ਵੀ ਕੀਤਾ ਗਿਆ ਸੀ ਤੇ ਮਾਈਕਰੋਸਾਫਟ ਤੇ ਗੂਗਲ ਦੀ ਟੀਮ ਨੇ ਆਪਣੀ ਫੀਮੇਲ EMPLOYEES ਨੂੰ ਫ੍ਰੀ ਫਰੀਜ਼ਿੰਗ ਦੇ ਬਾਰੇ ਜਾਗਰੂਕ ਵੀ ਕੀਤਾ ਸੀ, ਆਫਰ ਵੀ ਕੀਤਾ ਸੀ। ਜਦ ਕਦੀ ਕੋਈ ਯੰਗ ਏਜ ਦਾ ਕਪਲ ਹੁੰਦਾ ਹੈ, ਉਹ ਕਨਸੀਵ ਨਹੀਂ ਕਰ ਪਾ ਰਹੇ ਹੁੰਦੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੋ ਵੀ ਹੈ ਵੈਸੇ ਕੋਈ ਦਿੱਕਤ ਹੋਏਗੀ ਬਟ ਸਾਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਨਹੀਂ ਹੋ ਸਕਦੀ। ਕੀ ਇਸ ਪ੍ਰੋਬਲਮ ਨੂੰ ਅਸੀਂ ਏਜ ਨਾਲ ਜੋੜ ਕੇ ਦੇਖ ਸਕਦੇ ਹਾਂ? ਆ ਧਾਰਨਾ ਤੇ ਆ ਸੋਚ ਬਿਲਕੁਲ ਗਲਤ ਹੈ ਕਿ ਯੰਗ ਕਪਲਸ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਨਹੀਂ ਹੋ ਸਕਦੀ। ਜਿੱਦਾਂ ਜਿੱਦਾਂ ਤੁਸੀਂ ਦੇਖਦੇ ਹੋ ਕਿ 1-1.5 ਸਾਲ ਤੋਂ ਕੋਸ਼ਿਸ਼ ਕਰਦੇ ਹੋਏ ਵੀ ਫੇਰ ਵੀ ਗੱਲ ਨਹੀਂ ਬਣ ਰਹੀ ਹੈ ਤੇ ਕੋਈ ਪ੍ਰੋਬਲਮ ਤੇ ਹੈਗੀ ਜੋ ਐਡਰੈਸ ਕਰਨੀ ਜ਼ਰੂਰੀ ਹੈਗੀ। ਉਹ ਸਿੰਪਲ ਤਰੀਕੇ ਨਾਲ ਐਡਰੈਸ ਹੋਊਗੀ, ਦਵਾਈਆਂ ਨਾਲ ਐਡਰੈਸ ਹੋਊਗੀ, ਲਾਈਫਸਟਾਈਲ ਮੋਡੀਫਿਕੇਸ਼ਨ ਨਾਲ ਐਡਰੈਸ ਹੋਊਗੀ ਜਾਂ ਕੋਈ ਟ੍ਰੀਟਮੈਂਟ ਪਰ ਸੇ ਸਾਨੂੰ ਕੋਈ ਤਕਨੀਕ ਅਪਣਾਣੀ ਪੈਣੀ ਹੈ, ਇਹ ਤੁਹਾਨੂੰ ਐਕਸਪਰਟ ਦੀ ਸਲਾਹ ਨਾਲ ਹੀ ਪਤਾ ਲੱਗ ਸਕਦਾ ਹੈਗਾ। ਪਰ ਇਹ ਸੋਚਣਾ ਕਿ ਅਸੀਂ ਤੇ ਹਜੀ 25-30 ਸਾਲ ਦੇ ਹੀ ਹੈਗੇ, ਸਾਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਹੈਗੀ, ਅਸੀਂ ਹੋਰ ਵੇਟ ਕਰ ਲਈਏ, ਇਹ ਕਰਕੇ ਤੁਸੀਂ ਆਪਣੀ ਮੁਸ਼ਕਿਲਾਂ ਵਧਾਉਂਦੇ ਹੋ। ਜੋ ਟ੍ਰੀਟਮੈਂਟ ਦਾ ਸਕਸੈਸ ਰੇਟ 30 ਸਾਲ ਤੇ ਹੋਊਗਾ, ਉਹ ਸਕਸੈਸ ਰੇਟ ਉਨੀ ਕਾਰਨਾਂ ਕਰਕੇ ਜੇ ਇਨਫਰਟੀਲਿਟੀ 35 ਸਾਲ ਤੇ ਹੋ ਰਹੀ ਹੈ, ਸੇਮ ਰਿਜ਼ਲਟ ਨਹੀਂ ਹੋਣਗੇ।
ਏਜ ਇਜ਼ ਐਨ ਇੰਡੀਪੈਂਡੈਂਟ ਕ੍ਰਾਈਟੇਰੀਆ ਫॉर ਦੀ ਸਕਸੈਸ ਜੀ। ਜੇ ਮੈਂ ਉਹੀ ਕਾਰਨ ਕਰਕੇ ਇੱਕ 25 ਸਾਲ ਦੀ ਕੁੜੀ ਦਾ IVF ਕੀਤਾ ਹੈ, ਸਪੋਜ਼ ਉਹਨੂੰ TB ਕਰਕੇ ਟਿਊਬਾ ਖਰਾਬ ਹੈਗੀ ਤੇ ਉਹਦਾ IVF ਕਰਨਾ ਪਿਆ, ਉਹਦੇ ਰਿਜ਼ਲਟਸ ਮੇਬੀ 60% ਇੱਕੋ ਹੀ ਬਾਰ ਵਿੱਚ ਬਣ ਜਾਣੀ ਹੈ ਉਹਦੀ ਗੱਲ। ਉਹੀ ਚੀਜ਼ ਮੈਂ 35 ਸਾਲ ਤੇ ਜਾ ਕੇ ਉਸੇ ਕਾਰਨ ਲਈ ਅਗਰ ਕਿਸੇ ਲੇਡੀ ਦਾ IVF ਕਰਦੀ ਹਾਂ, ਉੱਥੇ ਰਿਜ਼ਲਟਸ ਆਰ ਮਚ ਲੈਸਰ। ਤੇ ਇਸ ਚੀਜ਼ ਨੂੰ ਸੋਚ ਕੇ ਤੁਸੀਂ ਸਮਾਂ ਬਿਲਕੁਲ ਨਹੀਂ ਲਗਾਉਣਾ ਚਾਹੀਦਾ। ਤੁਹਾਨੂੰ ਜੇ ਸਾਲ ਜਾਂ ਸਾਲ ਤੋਂ ਉੱਤੇ ਹੋ ਚੁੱਕਿਆ ਹੈਗਾ ਤੇ ਪਲੀਜ਼ ਇੱਕ ਐਕਸਪਰਟ ਦੀ ਸਲਾਹ ਤੇ ਜਾਂਚਾਂ ਜ਼ਰੂਰ ਕਰਾ ਲੈਣੀ ਚਾਹੀਦੀ ਕਿ ਕਿਹੜਾ ਤਰੀਕਾ ਤੁਹਾਡੇ ਲਈ ਬਿਹਤਰ ਰਹੂ।